ਅੱਜ ਦਾ ਜਿਹੜਾ ਆਪਣਾ ਟੌਪਿਕ ਆ ਉਹ ਹੈਗਾ ਮਕੈਨੀਕਲ ਪ੍ਰੋਪਰਟੀਜ਼ ਆਫ ਫਲੂਇਡਸ। ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇਹ ਦੇਖਾਂਗੇ ਵੀ ਫਲੂਇਡਸ ਹੁੰਦੇ ਕੀ ਆ, ਕਿਹਨੂੰ ਕਹਿੰਦੇ ਆ ਫਲੂਇਡਸ। ਆਪਾਂ ਹੁਣ ਤੱਕ ਜਿਹੜੀਆਂ ਚੀਜ਼ਾਂ ਪੜ੍ਹੀਆਂ ਹੋਈਆਂ ਉਹਦੇ ਵਿੱਚ ਆਪਾਂ ਸਟੇਟਸ ਆਫ ਮੈਟਰ ਪੜ੍ਹੀਆਂ ਨੇ 3। ਪਹਿਲੀ ਪੜ੍ਹੀ ਸੀ ਆਪਾਂ ਸੋਲਿਡ, ਲਿਕੁਇਡ ਐਂਡ ਗੈਸਸ। ਸੋਲਿਡ ਦੀਆਂ ਮਕੈਨੀਕਲ ਪ੍ਰੋਪਰਟੀਜ਼ ਆਪਾਂ ਪਿਛਲੇ ਚੈਪਟਰ 'ਚ ਪੜ੍ਹ ਚੁੱਕੇ ਹਾਂ, ਅਤੇ ਲਿਕੁਇਡ ਦੀਆਂ ਪ੍ਰੋਪਰਟੀਜ਼ ਅਤੇ ਗੈਸਿਸ ਦੀਆਂ ਪ੍ਰੋਪਰਟੀਜ਼ ਇਹ ਹੁਣ ਆਪਾਂ ਪੜ੍ਹਨੀਆਂ ਨੇ। ਅਤੇ ਫਲੂਇਡਸ ਆ ਜਿਹੜਾ ਫਲੂਇਡ ਸ਼ਬਦ ਜਿਹੜਾ ਬਣਿਆ ਉਹ ਬਣਿਆ ਲਿਕੁਇਡਸ ਅਤੇ ਗੈਸਿਸ ਦੀਆਂ ਉਸ ਪ੍ਰੋਪਰਟੀਜ਼ ਤੋਂ ਜਿਹੜੀਆਂ ਕਾਮਨ ਨੇ। ਲਿਕੁਇਡ ਆ ਜਿਹੜੇ ਉਹਦੀ ਕੀ ਪ੍ਰੋਪਰਟੀ ਆ, ਤੁਸੀਂ ਛੋਟੀਆਂ ਕਲਾਸਾਂ ਤੋਂ ਪੜ੍ਹਦੇ ਆ ਰਹੇ ਹੋ। ਕਿਹਨੂੰ ਕਿਹਾ ਜਾਂਦਾ ਲਿਕੁਇਡ, ਕੀ ਕਰ ਸਕਦੇ ਆ ਲਿਕੁਇਡ? ਕਿਸੇ ਵੀ ਕੰਟੇਨਰ 'ਚ ਪਾਈਏ ਉਹਦੇ ਵਰਗੇ ਹੀ ਹੋ ਜਾਂਦੇ ਆ। ਹੋਰ ਲਿਕੁਇਡ ਕੀ ਕਰ ਸਕਦੇ ਆ? ਹਾਂਜੀ, ਨਦੀਆਂ ਦਰਿਆਵਾਂ 'ਚ ਲਿਕੁਇਡ ਕੀ ਕਰਦਾ? ਫਲੋ ਕਰਦਾ, ਵਹਿ ਰਿਹਾ। ਤਾਂ ਲਿਕੁਇਡ ਅਤੇ ਗੈਸਿਸ ਦੋਨੇ ਚੀਜ਼ਾਂ ਫਲੋ ਕਰਦੀਆਂ ਨੇ। ਆਪਾਂ ਕਹਿੰਦੇ ਆ ਏਅਰ ਇਜ਼ ਫਲੋਇੰਗ, ਬਲੋ ਕਰ ਰਹੀ ਆ, ਬਲੋ ਕਰ ਰਹੇ ਆ ਏਅਰ ਨੂੰ, ਤਾਂ ਏਅਰ ਵੀ ਫਲੋ ਕਰ ਰਹੀ ਆ ਜਦੋਂ ਹਵਾ ਚੱਲਦੀ ਆ। ਐਂਡ ਏਅਰ ਵੀ ਜਾਂ ਗੈਸਿਸ ਨੂੰ ਵੀ ਅਸੀਂ ਕਿਸੇ ਵੀ ਬਰਤਨ ਦੇ ਵਿੱਚ ਪਾਈਏ ਉਸੇ ਤਰ੍ਹਾਂ ਦਾ ਹੀ ਉਹਦਾ ਵੀ ਸ਼ੇਪ ਐਂਡ ਸਾਈਜ਼ ਹੋ ਜਾਂਦਾ। ਅਤੇ ਬਟ ਇਹਨਾਂ ਦਾ ਡੈਫੀਨੇਟ ਸ਼ੇਪ ਐਂਡ ਸਾਈਜ਼ ਹੁੰਦਾ ਨਹੀਂ। ਅਤੇ ਇਹਨਾਂ ਦੋਨੇ ਪ੍ਰੋਪਰਟੀਜ਼ ਵੀ ਫਲੋ ਕਰ ਸਕਦੇ ਆ ਅਤੇ ਜਿਹੜੇ ਮਰਜ਼ੀ ਕੰਟੇਨਰ 'ਚ ਪਾਈਏ ਉਹਦੀ ਸ਼ੇਪ ਲੈ ਲੈਂਦੇ ਆ। ਉਸੇ ਕਰਕੇ ਅਸੀਂ ਇਹਨਾਂ ਦੋਨਾਂ ਨੂੰ ਕੰਬਾਈਨਡ ਪ੍ਰੋਪਰਟੀਜ਼ ਦੇ ਕਾਰਨ ਇਹਨਾਂ ਨੂੰ ਫਲੂਇਡਸ ਕਹਿ ਦਿੰਦੇ, ਕਿਉਂਕਿ ਫਲੋ ਕਰ ਸਕਦੇ ਆ। ਦੇ ਕੈਨ ਬੀ ਫਲੋ। ਸੋ ਜਦੋਂ ਵੀ ਅਸੀਂ ਦੋਨਾਂ ਦੀ ਇਕੱਠਿਆਂ ਦੀ ਗੱਲ ਕਰਾਂਗੇ ਲਿਕੁਇਡ ਅਤੇ ਗੈਸਿਸ ਦੀ, ਤਾਂ ਇਹਦਾ ਮਤਲਬ ਅਸੀਂ ਉਹਨਾਂ ਨੂੰ ਇੱਕੋ ਹੀ ਸ਼ਬਦ ਨਾਲ ਕਹਿ ਸਕਦੇ ਹਾਂ, ਫਲੂਇਡ। ਠੀਕ ਆ। ਹੁਣ ਆਪਾਂ ਦੇਖੀਏ ਵੀ ਜਿਹੜੇ ਫਲੂਇਡਸ ਨੇ ਉਹ ਬੜੇ ਇੰਪੋਰਟੈਂਟ ਨੇ। ਆਪਾਂ ਇਹ ਦੇਖਦੇ ਹਾਂ ਵੀ ਸਾਰੀ ਜਿੰਨੀ ਵੀ ਪਲਾਂਟਸ ਲਾਈਫ ਆ, ਐਨੀਮਲ ਲਾਈਫ ਆ, ਉਹ ਫਲੂਇਡਸ ਕਰਕੇ ਹੀ ਆ। ਸਾਡੀ ਬਾਡੀ ਦੇ ਵਿੱਚ ਕਾਫੀ ਜ਼ਿਆਦਾ ਲਿਕੁਇਡ ਹੈਗਾ, ਇਨ ਦੀ ਫਾਰਮ ਆਫ ਬਲੱਡ ਕਹਿ ਦਈਏ ਜਾਂ ਪਲਾਜ਼ਮਾ ਕਹਿ ਦਈਏ ਜਾਂ ਅਦਰਸ ਜਿਹੜੇ ਹੋਰ ਸਾਡੀਆਂ ਬਾਡੀ ਦੇ ਵਿੱਚ ਮੈਕੈਨਿਜ਼ਮ ਚੱਲਦੇ ਆ, ਦੇ ਆਰ ਆਲ ਡਿਊ ਟੂ ਦੀ ਫਲੂਇਡਸ। ਅਤੇ ਪਲਾਂਟਸ ਦੇ ਵਿੱਚ ਵੀ ਜਿਹੜਾ ਆਪਾਂ ਪੜ੍ਹਦੇ ਹਾਂ ਵੀ ਅਰਥ ਦੇ ਵਿੱਚ ਉਹ ਮਿਨਰਲਸ ਅਤੇ ਵਾਟਰ ਖਿੱਚਦੇ ਆ ਉੱਪਰ ਨੂੰ ਬਾਏ ਕੈਪਿਲਰੀ ਐਕਸ਼ਨ, ਤਾਂ ਉਹ ਵੀ ਸਾਰਾ ਕਾਹਦੇ ਕਰਕੇ ਆ? ਬਿਕੋਜ਼ ਦੇ ਆਰ ਫਲੂਇਡਸ। ਉਹ ਲਿਕੁਇਡ ਉੱਪਰ ਚੜ੍ਹਦਾ ਹੁੰਦਾ। ਅਤੇ ਹਵਾ ਹੈਗੀ ਆ ਗੈਸ, ਅਤੇ ਉਹਦੇ ਵਿੱਚ ਉਹ ਕਾਰਬਨ ਡਾਈਆਕਸਾਈਡ ਲੈ ਕੇ ਅਤੇ ਫੋਟੋਸਿੰਥੇਸਿਸ ਦੇ ਥਰੂ ਫੂਡ ਬਣਦਾ। ਅਤੇ ਉਹ ਫੂਡ ਜਿਹੜਾ ਉਹ ਆਪਾਂ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਖਾਂਦੇ ਹਾਂ, ਚਾਹੇ ਫਰੂਟਸ ਦੇ ਤੌਰ 'ਤੇ, ਵੈਜੀਟੇਬਲਸ ਦੇ ਤੌਰ ਦੇ ਉੱਤੇ। ਤਾਂ ਕਿਸੇ ਵੀ ਸੋਰਸ ਤੋਂ ਜਿਹੜੀ ਸਾਨੂੰ ਫੂਡ ਮਿਲਦਾ, ਦੈਟ ਇਜ਼ ਡਿਊ ਟੂ ਦੀ ਫੋਟੋਸਿੰਥੇਸਿਸ। ਸੋ ਦੈਟ ਇਜ਼ ਡਿਊ ਟੂ ਦੀ ਫਲੂਇਡਸ। ਫਲੂਇਡਸ ਆ ਜਿਹੜੇ ਉਹਨਾਂ ਦੀ ਪ੍ਰੈਜੈਂਸ ਹੋਣ ਦੇ ਕਰਕੇ ਹੀ ਦੇਅਰ ਇਜ਼ ਏ ਲਾਈਫ ਔਨ ਦਿਸ ਪਲੈਨਟ। ਸੋ ਇਹਦਾ ਮਤਲਬ ਇਹ ਹੋ ਗਿਆ ਵੀ ਫਲੂਇਡਸ ਬੜੇ ਇੰਪੋਰਟੈਂਟ ਨੇ। ਸੋ ਦੇ ਪਲੇ ਅ ਵੈਰੀ ਇੰਪੋਰਟੈਂਟ ਰੋਲ ਇਨ ਸਸਟੇਨਿੰਗ ਆਵਰ ਲਾਈਫ। ਸੋ ਇਸ ਲਈ ਅਸੀਂ ਫਲੂਇਡਸ ਦੇ ਮਕੈਨੀਕਲ ਪ੍ਰੋਪਰਟੀਜ਼ ਦੀ ਸਟੱਡੀ ਕਰਨੀ ਹੈ। ਹੁਣ ਜਿਹੜੀ ਸਭ ਤੋਂ ਪਹਿਲੀ ਪ੍ਰੋਪਰਟੀ ਇਹਦੀ ਸਾਡੇ ਦਿਮਾਗ 'ਚ ਆਉਂਦੀ ਆ ਉਹ ਹੈਗੀ ਆ ਪ੍ਰੈਸ਼ਰ। ਜਿਹੜੇ ਫਲੂਇਡਸ ਨੇ ਉਹ ਪ੍ਰੈਸ਼ਰ ਐਗਜ਼ਰਟ ਕਰਦੇ ਆ। ਸੋ ਕਿਹੜੀ ਪ੍ਰੋਪਰਟੀ ਪੜ੍ਹਾਂਗੇ ਪਹਿਲਾਂ? ਪ੍ਰੈਸ਼ਰ। ਸਾਨੂੰ ਹੁਣ ਪਤਾ ਵੀ ਜੇਕਰ ਮੈਂ ਮੇਰੇ ਕੋਲ ਮੇਰਾ ਪੈਨ ਆ ਅਤੇ ਇਹਦੀ ਮੈਂ ਪੁਆਇੰਟਰ ਇਹਦਾ ਬਾਹਰ ਕੱਢ ਲੈਣਾ, ਅਤੇ ਜੇਕਰ ਇਹ ਪੁਆਇੰਟਰ ਆਪਾਂ ਕਿਸੇ ਆਪਣੀ ਬਾਡੀ ਦੇ ਕਿਸੇ ਔਰਗਨ ਦੇ ਵਿੱਚ ਇੱਦਾਂ ਲਗਾਵਾਂਗੇ ਜ਼ੋਰ ਨਾਲ, ਤਾਂ ਇਹ ਹਰਟ ਕਰੂਗਾ। ਠੀਕ ਆ। ਅਤੇ ਕਈ ਵਾਰੀ ਤੁਸੀਂ ਦੇਖਿਆ ਵੀ ਕਈ ਵਾਰੀ ਬੱਚੇ ਲੜਦੇ ਆ ਤਾਂ ਉਹ ਇੱਕ ਦੂਜੇ ਦੇ ਪੈਨ ਮਾਰ ਦਿੰਦੇ ਆ, ਅਤੇ ਉਹ ਦੂਸਰੇ ਬੱਚੇ ਦੇ ਖੂਨ ਵੀ ਨਿਕਲ ਆਉਂਦਾ। ਠੀਕ ਆ। ਤਾਂ ਇਹਦੀ ਜਗ੍ਹਾ ਦੇ ਉੱਤੇ ਜੇਕਰ ਹੁਣ ਮੈਂ ਇਹਨੂੰ ਬੰਦ ਕਰ ਲੈਂਦਾ, ਇਹਦਾ ਰਿਫਿਲ ਅੰਦਰ ਚਲਿਆ ਗਿਆ, ਹੁਣ ਮੈਂ ਜੇ ਇਹਨੂੰ ਜ਼ੋਰ ਲਾਊਂਗਾ ਤਾਂ ਹੁਣ ਇਹ ਹਰਟ ਜ਼ਿਆਦਾ ਕਰੂਗਾ, ਘੱਟ ਕਰੂਗਾ? ਘੱਟ। ਕਿਉਂ? ਸ਼ਾਰਪਨੈਸ ਘੱਟ ਗਈ, ਇਹਦਾ ਏਰੀਆ ਹੁਣ ਜ਼ਿਆਦਾ ਆ। ਇਹਦੀ ਜਗ੍ਹਾ ਦੇ ਉੱਤੇ ਹੁਣ ਜੇ ਮੈਂ ਇਹਦੇ ਪਿਛਲੇ ਪਾਸਾ ਜਿਹੜਾ ਇਦੋਂ ਵੀ ਏਰੀਆ ਜ਼ਿਆਦਾ ਆ ਉਹਦੇ ਨਾਲ ਮੈਂ
ਜ਼ੋਰ ਲਾਊਂਗਾ ਤਾਂ ਫਿਰ ਮੈਨੂੰ ਹਰਟ ਕਰੂਗਾ, ਉਦੋਂ ਵੀ ਘੱਟ ਕਰੂਗਾ। ਇਹਦੀ ਜਗ੍ਹਾ ਦੇ ਉੱਤੇ ਹੁਣ ਜੇਕਰ ਮੈਂ ਆਪਦੇ ਚੌਕ ਦੇ ਨਾਲ ਜ਼ੋਰ ਲਗਾਵਾਂ, ਫੋਰਸ ਲਗਾਵਾਂ, ਤਾਂ ਮੈਨੂੰ ਇਹ ਹਰਟ ਬਿਲਕੁਲ ਵੀ ਨਹੀਂ ਕਰੂਗਾ। ਤਾਂ ਇਹਦਾ ਮਤਲਬ ਇਹ ਹੋਇਆ ਵੀ ਪ੍ਰੈਸ਼ਰ ਦੇ ਕੇਸ ਦੇ ਵਿੱਚ ਸਾਡੀ ਜਿਹੜੀ ਇੰਪੋਰਟੈਂਟ ਇੱਕ ਚੀਜ਼ ਸਾਨੂੰ ਲੱਭੀ ਆ, ਦੈਟ ਇਜ਼ ਦੀ ਏਰੀਆ। ਦੂਜੀ ਗੱਲ ਤੇ ਆ ਜਾਈਏ, ਸਪੋਜ਼ ਕਰ ਲਈਏ ਇੱਕ ਇਨਸਾਨ ਥੱਲੇ ਗਰਾਊਂਡ ਦੇ ਉੱਤੇ ਪਿਆ ਤੇ ਹਾਥੀ ਆਉਂਦਾ ਤੇ ਹਾਥੀ ਆਪਦਾ ਪੈਰ ਉਹਦੀ ਚੈਸਟ ਦੇ ਉੱਤੇ ਰੱਖ ਦਿੰਦਾ, ਕੀ ਹੋਊਗਾ? ਉਹਦੀਆਂ ਰਿਬਸ ਆ ਜਿਹੜੀਆਂ ਚੈਸਟ ਦੀਆਂ ਬੋਨਸ ਨੂੰ ਰਿਬਸ ਕਹਿੰਦੇ ਆਪਾਂ, ਕੀ ਕਰਨਗੀਆਂ? ਚਕਨਾਚੂਰ ਹੋ ਜਾਣਗੀਆਂ, ਟੁੱਟ ਜਾਣਗੀਆਂ ਜਮਾਂ ਹੀ, ਠੀਕ ਆ। ਤੇ ਹੁਣ ਹਾਥੀ ਦੀ ਜਗ੍ਹਾ ਦੇ ਉੱਤੇ ਹਾਥੀ ਦੇ ਪੈਰ ਜਿੰਨਾ ਚੌੜਾ ਕੋਈ ਲੱਕੜ ਦਾ ਛੋਟਾ ਪੀਸ ਆਪਾਂ ਉਹਦੀ ਛਾਤੀ ਤੇ ਰੱਖੀਏ, ਏਰੀਆ ਤਾਂ ਸੇਮ ਆ, ਕਿਉਂਕਿ ਜਿੰਨਾ ਹਾਥੀ ਦਾ ਪੈਰ ਚੌੜਾ ਸੀ ਉਨਾ ਹੀ ਆਪਾਂ ਲੱਕੜ ਦਾ ਇੱਕ ਪੀਸ ਲੈ ਲਿਆ ਤੇ ਉਹਦੀ ਛਾਤੀ ਤੇ ਰੱਖਿਆ, ਕੀ ਉਹ ਉਹਨੂੰ ਹਰਟ ਕਰੂਗਾ? ਨਹੀਂ ਕਰੂਗਾ। ਆਪਾਂ ਸਰਕਸ ਦੇ ਵਿੱਚ ਆਮ ਤੌਰ ਤੇ ਦੇਖਿਆ ਬਈ ਕਈ ਬੰਦੇ ਇੱਦਾਂ ਦੇ ਵੀ ਹੁੰਦੇ ਆ ਵੀ ਉਹ ਆਪਣੀ ਛਾਤੀ ਦੇ ਉੱਤੇ ਇੱਕ ਲੱਕੜ ਦਾ ਫੱਟਾ ਰੱਖ ਦਿੰਦੇ ਆ ਤੇ ਉਹਦੇ ਉੱਤੋਂ ਦੀ ਉਹ ਟਰੈਕਟਰ ਵੀ ਲੰਘਾ ਦਿੰਦੇ ਆ ਤੇ ਉਹਨੂੰ ਕੁਛ ਨਹੀਂ ਹੁੰਦਾ। ਟਰੈਕਟਰ ਵੀ ਲੰਘਾ ਦਿੰਦੇ ਆ ਛਾਤੀ ਦੇ ਉੱਤੋਂ ਦੀ, ਜੀਪ ਲੰਘਾ ਦਿੰਦੇ ਆ ਤਾਂ ਉਹ ਕੁਛ ਨਹੀਂ ਹੁੰਦਾ। ਸੋ ਰੀਜ਼ਨ ਕੀ ਆ? ਦੂਸਰੀ ਫੈਕਟਰ ਜਿਹੜੀ ਚੀਜ਼ ਸਾਨੂੰ ਪ੍ਰੈਸ਼ਰ ਵਾਲੀ ਇੱਥੇ ਧਿਆਨ 'ਚ ਆਈ ਉਹ ਹੈ ਫੋਰਸ। ਹਾਥੀ ਦੇ ਪੈਰ ਦਾ ਏਰੀਆ ਉਨਾ ਹੀ ਸੀ ਪਰ ਉਹਨੇ ਫੋਰਸ ਜ਼ਿਆਦਾ ਲਗਾਈ। ਪਹਿਲੇ ਕੇਸ ਦੇ ਵਿੱਚ ਪੈਨ ਦੇ ਰਿਫਲ ਤੋਂ ਸਾਨੂੰ ਕੀ ਪਤਾ ਲੱਗਿਆ? ਏਰੀਆ। ਇਹਦਾ ਮਤਲਬ ਪ੍ਰੈਸ਼ਰ ਦੇ ਵਿੱਚ ਦੋ ਫੈਕਟਰ ਕਾਊਂਟ ਕਰਦੇ ਆ, ਕਿਹੜੇ ਕਿਹੜੇ? ਏਰੀਆ ਤੇ ਫੋਰਸ। ਹੁਣ ਧਿਆਨ ਨਾਲ ਇਹ ਦੇਣਾ ਵੀ ਕਿਹੜੇ ਫੈਕਟਰ ਦੇ ਨਾਲ ਪ੍ਰੈਸ਼ਰ ਜ਼ਿਆਦਾ ਲੱਗਦਾ। ਫੋਰਸ ਜੇ ਜ਼ਿਆਦਾ ਲਾਈਏ ਤਾਂ ਪ੍ਰੈਸ਼ਰ ਜ਼ਿਆਦਾ ਲੱਗਦਾ, ਕਿਉਂਕਿ ਹਾਥੀ ਫੋਰਸ ਜ਼ਿਆਦਾ ਲਾਉਂਦਾ ਸੀ, ਪ੍ਰੈਸ਼ਰ ਜ਼ਿਆਦਾ ਲੱਗ ਗਿਆ। ਇਹਦਾ ਮਤਲਬ ਪ੍ਰੈਸ਼ਰ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਫੋਰਸ। ਜੇ ਫੋਰਸ ਵੱਧ ਹੋਊਗੀ ਤਾਂ ਪ੍ਰੈਸ਼ਰ ਜ਼ਿਆਦਾ ਹੋਊਗਾ। ਬਟ ਜੇ ਅਸੀਂ ਏਰੀਏ ਦੀ ਗੱਲ ਕਰੀਏ ਤਾਂ ਆਪਾਂ ਪੈਨ ਦਾ ਜਿਹੜੀ ਨਿੱਬ ਸੀ ਉਹਦਾ ਏਰੀਏ ਨੂੰ ਵਧਾਇਆ ਸੀ ਤਾਂ ਪ੍ਰੈਸ਼ਰ ਘਟਿਆ ਸੀ। ਇਹਦਾ ਮਤਲਬ ਇਹ ਹੋਇਆ ਵੀ ਏਰੀਏ ਦੇ ਇਹ ਕੀ ਆ? ਇਨਵਰਸਲੀ ਪ੍ਰੋਪੋਰਸ਼ਨਲ ਆ। ਏਰੀਆ ਵਧੀ ਜਾਊਗਾ ਤਾਂ ਪ੍ਰੈਸ਼ਰ ਘਟੀ ਜਾਊਗਾ। ਤੁਸੀਂ ਛੋਟੀਆਂ ਕਲਾਸਾਂ ਜਦੋਂ ਪ੍ਰੈਸ਼ਰ ਪੜ੍ਹਿਆ ਸੀ ਉਦੋਂ ਤੁਸੀਂ ਇੱਕ ਐਗਜ਼ਾਮਪਲ ਪੜ੍ਹਦੇ ਹੁੰਦੇ ਸੀ ਤੇ ਤੁਹਾਨੂੰ ਉਹ ਕੁਐਸਚਨ ਵੀ ਪੇਪਰ 'ਚ ਆ ਜਾਂਦਾ ਹੁੰਦਾ ਸੀ ਵੀ ਜਿਹੜੇ ਤੁਹਾਡੇ ਬੈਗ ਹੁੰਦੇ ਆ ਉਹਦੇ ਸਟਰੈਪ ਹੁੰਦੇ ਆ ਜਿਹੜੇ ਉਹ ਚੌੜੇ ਕਿਉਂ ਹੁੰਦੇ ਆ, ਤੇ ਨਾਈਫ ਆ ਜਿਹੜਾ ਉਹ ਤਿੱਖਾ ਕਿਉਂ ਕਰਨਾ ਪੈਂਦਾ ਕੁਛ ਚੀਜ਼ ਕੱਟਣ ਦੇ ਲਈ, ਠੀਕ ਆ। ਤਾਂ ਉਹਦਾ ਏਰੀਆ ਅਸੀਂ ਘਟਾ ਦਿੰਦੇ ਆ ਨਾਈਫ ਦਾ ਤਾਂ ਕਿ ਪ੍ਰੈਸ਼ਰ ਜ਼ਿਆਦਾ ਲੱਗ ਸਕੇ, ਠੀਕ ਆ। ਤੇ ਬੈਗ ਦੇ ਸਟਰੈਪਸ ਦਾ ਏਰੀਆ ਵਧਾ ਦਿੰਦੇ ਆ ਤਾਂ ਕਿ ਪ੍ਰੈਸ਼ਰ ਮੋਢਿਆਂ ਦੇ ਉੱਤੇ ਘੱਟ ਫੀਲ ਹੋਵੇ। ਸੋ ਇਸ ਤੋਂ ਸਾਨੂੰ ਜਿਹੜੀ ਆਹ ਦੋ ਚੀਜ਼ਾਂ ਪਤਾ ਲੱਗੀਆਂ ਤਾਂ ਅਸੀਂ ਇਹਦਾ ਫਾਰਮੂਲਾ ਸਾਡਾ ਕੀ ਬਣ ਜਾਂਦਾ ਹੈ? ਐਫ ਪ੍ਰੈਸ਼ਰ ਇਜ਼ ਇਕੁਅਲ ਟੂ ਫੋਰਸ ਅਪੋਨ ਏਰੀਆ। ਹੁਣ ਜਿਹੜੇ ਸਾਰੇ ਫਲੂਇਡਸ ਨੇ, ਫਲੂਇਡ ਦਾ ਚੈਪਟਰ ਪੜ੍ਹ ਰਹੇ ਹਾਂ। ਹਾਂਜੀ ਹਾਂ, ਇਹ ਤੁਹਾਨੂੰ ਸਮਝਾਉਣ ਲਈ ਆ। ਇਹ ਕੋਈ ਫਾਰਮੂਲਾ ਇੱਦਾਂ ਦਾ ਨਹੀਂ ਹੈ ਵੀ ਇਹ ਇੱਥੇ ਕੌਂਸਟੈਂਟ ਅਸੀਂ ਅਪਲਾਈ ਕਰੀਏ, ਪਰ ਇੱਥੇ ਕੌਂਸਟੈਂਟ ਦੀ ਲੋੜ ਨਹੀਂ ਹੈ। ਜੇ ਇੱਥੇ ਕੌਂਸਟੈਂਟ ਹੈਗਾ ਵੀ ਆ ਦੈਨ ਇਟ ਮੇ ਬੀ 1। ਕਲੀਅਰ? ਸੋ ਇਸ ਲਈ ਪ੍ਰੈਸ਼ਰ ਦਾ ਫਾਰਮੂਲਾ ਸਾਡੇ ਕੋਲ ਫੋਰਸ ਅਪੋਨ ਏਰੀਆ। ਹੁਣ ਆਪਾਂ ਗੱਲ ਕਰ ਰਹੇ ਹਾਂ ਵੀ ਇਹ ਚੈਪਟਰ ਅਸੀਂ ਫਲੂਇਡਸ ਦਾ ਪੜ੍ਹ ਰਹੇ ਹਾਂ ਤੇ ਫਲੂਇਡ ਦਾ ਪ੍ਰੈਸ਼ਰ ਆ ਜਿਹੜਾ ਉਹ ਵੀ ਲੱਗਦਾ ਹੈ, ਏਅਰ ਦਾ ਪ੍ਰੈਸ਼ਰ ਵੀ ਲੱਗਦਾ ਹੈ, ਲਿਕੁਇਡਸ ਦਾ ਪ੍ਰੈਸ਼ਰ ਵੀ ਲੱਗਦਾ ਹੈ। ਤਾਂ ਏਅਰ ਜਿਹੜੀ ਸਾਡੇ ਅਰਥ ਦੇ ਸਾਰੇ ਪਾਸੇ ਇੱਕ ਇਨਵੈਲਪ ਆ, ਸਾਰੀ ਅਰਥ ਇੱਕ ਬੋਲ ਦੀ ਤਰ੍ਹਾਂ ਹੈ ਲਗਭਗ, ਤੇ ਉਹਦੇ ਆਲੇ ਦੁਆਲੇ ਇੱਕ ਇਨਵੈਲਪ ਆ, ਗਲਾਫ ਚੜ੍ਹਿਆ ਹੋਇਆ, ਜਿਹਨੂੰ ਅਸੀਂ ਐਟਮੋਸਫੀਅਰ ਕਹਿੰਦੇ ਹਾਂ, ਜਿਹਦੇ ਵਿੱਚ ਮਿਕਸਚਰ ਆਫ ਗੈਸਿਸ ਨੇ। ਤਾਂ ਉਹਨੂੰ ਅਸੀਂ ਏਅਰ ਕਹਿ ਦਿੰਦੇ ਹਾਂ, ਮਿਕਸਚਰ ਆਫ ਗੈਸਿਸ ਨੂੰ। ਉਹ ਵੀ ਅਰਥ ਦੇ ਉੱਤੇ ਪ੍ਰੈਸ਼ਰ ਐਗਜ਼ਰਟ ਕਰਦੀ ਆ। ਤੇ ਉਹ ਜਿਹੜਾ ਪ੍ਰੈਸ਼ਰ ਆ 1 ਐਟਮੋਸਫੀਅਰ ਪ੍ਰੈਸ਼ਰ ਆ ਜਿਹੜਾ, ਇਹ ਹੁੰਦਾ ਸਾਡੇ ਕੋਲੇ 1.013 ਇੰਟੂ 10⁵ ਪਾਸਕਲ। ਤੋਂ ਪਾਸਕਲ ਆ ਜਿਹੜੇ ਪ੍ਰੈਸ਼ਰ ਦੇ ਯੂਨਿਟ ਨੇ। ਫੋਰਸ ਨੂੰ ਅਸੀਂ ਨਿਊਟਨ 'ਚ ਮਿਣਦੇ ਹਾਂ, ਏਰੀਏ ਨੂੰ ਅਸੀਂ ਮੀਟਰ ਸਕੁਏਅਰ 'ਚ ਮਿਣਦੇ ਹਾਂ। ਤਾਂ ਜਿਹੜਾ ਸਾਡੇ ਕੋਲੇ ਨਿਊਟਨ ਪਰ ਮੀਟਰ ਸਕੁਏਅਰ ਆ ਇਹਨੂੰ ਅਸੀਂ ਪਾਸਕਲ ਵੀ ਕਹਿ ਦਿੰਦੇ ਹਾਂ। ਕਲੀਅਰ? ਤੇ ਇਹਦੀਆਂ ਡਾਇਮੈਂਸ਼ਨਲ ਫਾਰਮੂਲਾ ਕੀ ਬਣ ਜਾਏਗਾ?
फोर्स का डिमेंशनल फार्मूला बटे एरिए का डिमेंशनल फार्मूला। सो डिमेंशनल फार्मूला की ये बनेगा, फोर्स इज MLT-2 एंड डिवाइडेड बाय लेंथ स्केयर इज एरिया। सो M आ L स्केयर उपर जाके की बन गया जी -2, 1 -2, सो L -1 T -2। सो दिस विल बी दी डिमेंशनल फार्मूला फॉर प्रैशर। क्लीयर। सो ये सीगी साडी फस्ट क्वांटिटी जिहड़ी असी मकैनीकल प्रॉपर्टीज़ ऑफ फ्लूइड्स दे विच कंसिडर करांगे, जरूरी समझांगे। सो मैनूं उम्मीद आ भी ये तुसीं पहलां भी पढ़िया होया सी ते तुहानूं समझ लग गया होएगा, याद हो गया होएगा। सैकेंड क्वांटिटी है जिहड़ी कंट्रीब्यूट करदी आ ते इंपॉर्टेंट आ, दैट इज़ डेंसिटी। ਡੈਂਸਿਟੀ ਨੂੰ ਤੁਸੀਂ ਪਹਿਲਾਂ ਛੋਟੀਆਂ ਕਲਾਸਾਂ ਦੇ ਵਿੱਚ ਜੇ ਤੁਸੀਂ ਪੰਜਾਬੀ 'ਚ ਪੜ੍ਹੇ ਹੋ ਤਾਂ ਉਹਨੂੰ ਅਸੀਂ ਘਣਤਾ ਕਹਿੰਦੇ। ਕੋਈ ਚੀਜ਼ ਕਿੰਨੀ ਸੰਘਣੀ ਆ, ਆਮ ਤੌਰ 'ਤੇ ਇਹਦਾ ਕੁਐਸਚਨ ਤੁਹਾਨੂੰ ਪੇਪਰ 'ਚ ਆਉਂਦਾ ਹੁੰਦਾ ਸੀ ਬਈ 1 ਕਿਲੋਗ੍ਰਾਮ ਰੂੰ ਆ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਆ, ਬਟ 1 ਕਿਲੋਗ੍ਰਾਮ ਜਿਹੜਾ ਲੋਹਾ ਹੈ ਉਹ ਛੋਟਾ ਜਿਹਾ ਹੁੰਦਾ, ਬਿਕੋਜ਼ ਲੋਹੇ ਦੀ ਡੈਂਸਿਟੀ ਜ਼ਿਆਦਾ ਹੈ ਕਾਟਨ ਤੋਂ। ਸੋ ਇਸ ਕਰਕੇ ਕਾਟਨ ਜ਼ਿਆਦਾ ਜਗ੍ਹਾ ਘੇਰ ਲੈਂਦੀ ਆ, पर उन्होंने दोनों का मास सेम आ, 1 किलोग्राम ही कॉटन आ तो 1 किलोग्राम ही आयरन आ, तो आयरन आ जिहड़ा वो छोटा जगह घेरदा, इस करके आयरन की डेंसिटी ज़्यादा आ। सो किन्ना मास, डेंसिटी का सिंबल आ साडे कोले रो, RHO कहना इहनूं, ग्रीक लैटर आ, ग्रीक भाषा का शब्द आ। की कहना इहनूं रो। पाउणा किवें इहनूं, उपरों शुरू करना तो थल्ले लैके आके ख़त्म करना। किसी ने भी इनू पी वांगू नहीं पाना, जिवें आपां पी पाउने ना इदां, ये गलत हो जाएगा। ये फिर प्रैशर है, पी इज स्टैंड्स फॉर प्रैशर। तो कित्थों शुरू करना जी, इत्थों शुरू करके थल्ले ले आना। क्लीयर। सो दिस इज द सिंबल फॉर डेंसिटी। सो डेंसिटी किहदे बराबर आ, मास कंटेनड इन ए यूनिट वॉल्यूम। एक वॉल्यूम दे विच, यूनिट वॉल्यूम दे विच किन्ना मास प्रेजेंट आ, उहनूं असीं डेंसिटी कहने आ। तो डेंसिटी का जिहड़ा साडे कोले यूनिट्स होणगीਆਂ ਉਹ ਕੀ बन जाणगीਆਂ, मास इज इन किलोग्राम्स, वॉल्यूम पर मीटर क्यूब। वॉल्यूम ਨੂੰ ਅਸੀਂ ਮੀਟਰ ਦੇ ਵਿੱਚ, ਮੀਟਰ ਕਿਊਬ ਦੇ ਵਿੱਚ ਮਿਣਦੇ ਆ। ਸੋ ਇਸ ਕਰਕੇ ਕਿਲੋਗ੍ਰਾਮ ਪਰ ਮੀਟਰ ਕਿਊਬ। ਤੇ ਇਹਦੀਆਂ ਡਿਮੈਂਸ਼ਨਲ ਫਾਰਮੂਲਾ ਕੀ ਆ ਜਾਏਗਾ ਜੀ, ਮਾਸ ਦਾ ਡਿਮੈਂਸ਼ਨਲ ਫਾਰਮੂਲਾ m ਵਿਦਿਨ ਬ੍ਰੈਕਟਸ ਵੋਲੀਅਮ ਦਾ L ਕਿਊਬ। ਸੋ ਇਹ ਸਾਡੇ ਕੋਲੇ ML-3। ਸੋ ਦਿਸ ਵਿਲ ਬੀ ਦੀ ਡਿਮੈਂਸ਼ਨਲ ਫਾਰਮੂਲਾ ਆਫ ਡੈਂਸਿਟੀ। ਕਲੀਅਰ। ਸੋ ਯਾਦ ਰੱਖਣਾ ਮਾਸ ਪਰ ਯੂਨਿਟ ਵੋਲੀਅਮ। तो इत्थों ਜੇ ਤੁਹਾਨੂੰ ਡੈਂਸਿਟੀ ਪਤਾ ਹੈ, ਮਾਸ ਪਤਾ ਹੈ, ਤੁਸੀਂ ਵੋਲੀਅਮ ਵੀ ਕੱਢ ਸਕਦੇ ਹੋ। ਤੇ ਜੇ ਤੁਹਾਨੂੰ ਡੈਂਸਿਟੀ ਤੇ ਵੋਲੀਅਮ ਪਤਾ ਹੈ ਤਾਂ ਤੁਸੀਂ ਮਾਸ ਵੀ ਕੱਢ ਸਕਦੇ ਹੋ। ਜਨਰਲੀ ਅਸੀਂ ਯੂਜ਼ ਕਰਾਂਗੇ ਫਾਰਮੂਲਾ M = ਡੈਂਸਿਟੀ * ਵੋਲੀਅਮ। ਆ ਅਸੀਂ ਕਦੇ ਕਦੇ ਯੂਜ਼ ਕਰਿਆ ਕਰਾਂਗੇ ਵੀ ਮਾਸ ਇਸ ਤਰੀਕੇ ਨਾਲ ਵੀ ਕਰ ਸਕਦੇ ਹਾਂ। ਕਿਸੇ ਚੀਜ਼ ਤੁਹਾਨੂੰ ਡੈਂਸਿਟੀ ਪਤਾ, ਵੋਲੀਅਮ ਪਤਾ, ਤਾਂ ਯੂ ਕੈਨ ਕੈਲਕੂਲੇਟ ਮਾਸ। ਜੇਕਰ ਆਪਾਂ ਇੱਕ ਮੀਟਰ ਕਿਊਬ ਦਾ ਬਾਕਸ ਬਣਾ ਲਈਏ ਤੇ ਇਹਦੇ ਵਿੱਚ ਆਪਾਂ ਪਾਣੀ ਪਾ ਲਈਏ, ਵਾਟਰ, ਤੇ ਪਾਣੀ ਦਾ ਜਿਹੜਾ ਟੈਂਪਰੇਚਰ ਹੋਵੇ ਉਹ 4 ਡਿਗਰੀ C ਹੋਵੇ, ਇੰਨਾ ਕੁ। ਤੇ ਕਿਉਂਕਿ ਪਾਣੀ ਨੂੰ ਗਰਮ ਕਰਨ ਦੇ ਨਾਲ ਉਹਦੀ ਡੈਂਸਿਟੀ ਡਿਕਰੀਜ਼ ਕਰਦੀ ਹੈ। ਸੋ ਇਸ ਕਰਕੇ ਉਹਨਾਂ ਨੇ ਟੈਂਪਰੇਚਰ ਨਾਲ ਮੈਂਸ਼ਨ ਕੀਤਾ ਵੀ 4 ਡਿਗਰੀ C ਦੇ ਉੱਤੇ ਜਿਹੜਾ ਪਾਣੀ ਆ ਉਹ ਹਾਈਲੀ ਡੈਂਸ ਮੰਨਿਆ ਜਾਂਦਾ। ਦਿਸ ਇਜ਼ ਦੀ ਮੈਕਸੀਮਮ ਡੈਂਸਿਟੀ ਆਫ ਵਾਟਰ 4 ਡਿਗਰੀ 'ਤੇ। ਇਹ ਵੀ ਬਹੁਤ ਇੰਪੋਰਟੈਂਟ ਆ, ਵੀ ਪੜ੍ਹਾਂਗੇ ਆਪਾਂ ਵੀ ਕਿਉਂ, ਇਹਦਾ ਇੰਪੋਰਟੈਂਸ ਕੀ ਆ ਬਾਅਦ ਦੇ ਵਿੱਚੋਂ। ਸੋ ਡੈਂਸਿਟੀ ਆਫ ਵਾਟਰ ਕਿੰਨੀ ਆ ਜੀ, ਸੋ 1 × 10⁻³ ਕਿਲੋਗ੍ਰਾਮ ਪਰ ਮੀਟਰ ਕਿਊਬ। ਸੋ ਇਹਦੇ ਵਿੱਚ ਜਿਹੜਾ ਪਾਣੀ ਆਏਗਾ ਇਸ 1 ਮੀਟਰ ਕਿਊਬ ਦੇ ਬਾਕਸ ਦੇ ਵਿੱਚ, ਇਟ ਵਿਲ ਬੀ 1000 ਕਿਲੋਗ੍ਰਾਮਸ। ਤੇ 에ਅਰ ਜੇ ਪਾਈ ਹੋਵੇ ਤਾਂ ਰੋ ਆਫ 에ਅਰ ਆ ਜਿਹੜੀ ਉਹ ਤੁਸੀਂ ਟੇਬਲ ਤੋਂ ਦੇਖ ਸਕਦੇ ਹੋ। ਸੋ ਇਟ ਇਜ਼ 1.29 ਕਿਲੋਗ੍ਰਾਮ ਪਰ ਮੀਟਰ ਕਿਊਬ ਇੰਨੀ ਜਗ੍ਹਾ ਦੇ ਵਿੱਚ। ਸੋ ਡਿਫਰੈਂਟ ਮੈਟਲਸ ਦਾ ਸਾਨੂੰ ਇੱਥੇ ਟੇਬਲ ਦੇ ਵਿੱਚ ਦਿੱਤਾ ਹੋਇਆ ਤੁਹਾਡੀ ਬੁੱਕ ਦੇ ਵਿੱਚ, ਤਾਂ ਤੁਸੀਂ ਦੇਖ ਸਕਦੇ ਹੋ। ਹਾਈਡਰੋਜਨ ਦੀ 9 × 10⁻² ਦਿੱਤੀ ਹੋਈ ਆ, ਆਕਸੀਜਨ ਦੀ 1.43। ਇਹਦਾ ਮਤਲਬ ਆਕਸੀਜਨ ਆ ਜਿਹੜੀ ਉਹ ਸੰਘਣੀ ਆ ਬਾਕੀ ਦੀ 에ਅਰ ਨਾਲੋਂ, ਠੀਕ ਆ। ਤਾਂ ਇਹਦਾ ਮਤਲਬ ਆਕਸੀਜਨ ਥੱਲੇ ਆਏਗੀ। ਕਿਉਂ ਆਏਗੀ, ਕਿਉਂਕਿ ਸਾਨੂੰ ਉਹਦੀ ਲੋੜ ਆ। ਜੇ ਆਕਸੀਜਨ ਹਲਕੀ ਹੁੰਦੀ ਤਾਂ ਆਕਸੀਜਨ ਉੱਪਰ ਚਲੀ ਜਾਣੀ ਸੀ। ਸੋ ਇਸ ਕਰਕੇ
सो ये डेंसिटी है जिहड़ी वाटर दी एयर दी इट इज़ वैरी इंपॉर्टेंट। हुण अगे असीं साडी बुक दे विच छोटा जिहा क्वेश्चन दिता होया असीं ओह करांगे। इंटरस्टैलर स्पेस होंदी है जिहड़ी तारिਆਂ ਦੇ ਵਿਚਲੀ ਗ੍ਰਹਿਾਂ ਦੇ ਵਿਚਲੀ जगह खाली ਉਹਨੂੰ ਕਿਹਾ ਜਾਂਦਾ इंटरस्टैलर स्पेस। कितनी है डेंसिटी उत्थे? है अप्रॉक्सी हाँ उत्थे इन्नी ज़्यादा घट है। इंटरस्टैलर -20 ਇਹਦਾ मतलब ਮੂਹਰੇ ਜਿਹੜਾ ਪਾਇਆ ਇਹਦਾ मतलब लगभग बराबर नहीं हैगा। ਇਹ बराबर ਨੂੰ ਜੇ ਟੇਢਾ ਕਰਕੇ ਪਾ ਦਈਏ ਤਾਂ मतलब अप्रॉक्सीमेटली। ਹੁਣ देखो सी वाटर दूजे वाटर नालों संघना मरकरी सब तो ज़्यादा है 13.6 × 10⁻³ मरकरी की डेंसिटी काफ़ी ज़्यादा है। लो जी क्वेश्चन करके देखिए क्वेश्चन की है। सो दिस इज़ दी एग्जाम्पल नंबर 10.1 ऑफ NCERT बुक। क्वेश्चन इज़ द टू थाई बोन्स फेमर्स अपने पट्टां दीयां हड्डियां ईच ऑफ क्रॉस सैक्शन एरिया 10 सेंटीमीटर स्केयर। सो क्रॉस सैक्शन एरिया सानू देता जी 10 सेंटीमीटर स्केयर कली कली दा हैगियां दो ने। सपोर्ट दी अपर पार्ट ऑफ ए ह्यूमन बॉडी ऑफ मास 40 किलोग्राम। ह्यूमन बॉडी का मास आ जिहड़ा ओह 40 किलोग्राम दिता होया जिन्होंने सपोर्ट करते हैं अपर पार्ट का मास दिता। एस्टीमेट दी एवरेज प्रैशर सस्टेनड बाय दी फीमर्स। दोने हड्डियां द्वारा जिहड़ा प्रैशर दिता गया प्रैशर असी कैलकुलेट करना है दोने हड्डियां दे उत्ते कितना आएगा। असी फोर्स कढ़नी है तो फोर्स एरिया कढ़ना है दोनों हड्डियां दा ते कितना प्रैशर एग्जर्ट होएगा किवें कैलकुलेट करोगे। सो एरिया हो गया पहला तो गल साडी क्योंकि दो ने हड्डियां इस करके टोटल एरिया साडे कोल कितना आ जाएगा जी 2 × 10⁻10 सेंटीमीटर स्केयर। मास सानू किलोग्राम च दिता होया इस करके एरिया भी सानू पहला मीटर दे विच कन्वर्ट करना पएगा। हुण इत्थे ध्यान रखियो भी सेंटी दी असीं वैल्यू पुट करनी है पर यह हैगा सेंटीमीटर स्केयर। क्लीयर। सो इट विल बी 2 × 10 मतलब 20 हो गया 20 सेंटी की वैल्यू लिखिए ब्रैकेट दे विच 10⁻⁻² मीटर स्केयर। तो जो ब्रैकेट खोलांगे की बन जाएगा 20 × 10⁻⁻4 मीटर स्केयर। तो जेकर इत्थे आपां थोड़ा जिहा अवेसले हो जाएंगे तो गलती की हो सकती है तुसीं इत्थे सेंटी की जगह तो 10⁻² लिख दोगे स्केयर नूं भुल जाओगे। सो इत्थे गलती हो जानी है नाल ही समझ गए। सो ये गल का ख्याल रखना। तो मास सानू दिता जी मास तो असी फोर्स कढ़ लीए फोर्स = mg होएगा। तो फॉर सिंपलीसिटी असी जी की वैल्यू 10 मीटर/सेकंड स्केयर ले लाँगे। सो 40 × 10 ये न्यूटन साडी फोर्स आ जाएगी। सो 400 साडी फोर्स आ गई एरिया साडे कोल इन्ना आ गया। तो कैलकुलेट कर दो प्रैशर फोर्स अपॉन एरिया। सो 400 न्यूटनस ओवर एरिया है जी साढ़े को 20 × 10⁻⁻4 मीटर स्केयर। सो इनू असी कैंसल कर सकते हैं 1 0 साड़ी कट्टी गई तो 2 दूनी 4 उपर आ गया 20 × 10⁻⁻ उपर जाके कितना आ गया 4 मीटर स्केयर सॉरी न्यूटन मीटर स्केयर न्यूटन पर मीटर स्केयर। ठीक है। सो इन्ना प्रैशर साड़ियाँ जिहड़ियां बोन्स ने थाई वालियां ये झलदियां ने जेकर उन्हों का एरिया ऑफ क्रॉस सैक्शन इन्ना हो। सो इदां दे क्वेश्चन तुहाडी एक्सरसाइज दे विच होर भी दिते होणगे। सो वो तुसीं प्रैक्टिस करके देखने ने। इदों बाद साडे कोल जिहड़ा नैक्सट टॉपिक है उधरले पासे कर दिंदे आ। ये हैगा पास्कल्स लॉ। पास्कल्स लॉ की है ये ही वॉज ए फ्रेंच साइंटिस्ट फ्रांस का सीगा ब्लेज पास्कल।
नेम इज़ ब्लेज पास्कल। तो उन्हें यह लॉ दिता, की लॉ दिता भी प्रैशर एग्जर्टड ऑन द सरफेस ऑफ ए बॉडी बाय ए लिक्विड, जेकर उहदे सारे पॉइंट्स सेम हाइट ते होण, मतलब ਜਿਹੜੇ एक हाइट वाले पॉइंट ने उस बॉडी दे लिक्विड दे विच उन्हां ते जिन्ना प्रैशर लगेगा वो इक्वल होएगा। प्रैशर जिन्ना भी असी किसी बॉडी दे उत्ते दिन्ने आ तां ओह उस बॉडी दे विच सारियां सरफेस ते इक्वली डिस्ट्रीब्यूट हो जाएगा। क्लीयर। सो पास्कल्स ला असी डेली यूज़ करते हैं पर सानू पता नहीं असी करते हैं। सो ਇਹਦੀ ਬੈਸਟ ਸਿੰਪਲ ਐਗਜ਼ਾਮਪਲ ਆ, ਆਪਾਂ ਹਰ ਰੋਜ਼ ਸਵੇਰੇ ਟੁੱਥਬਰਸ਼ ਕਰਦੇ ਹਾਂ, ਟੁੱਥਬਰਸ਼ ਦੇ ਉੱਤੇ ਲਾਉਨੇ ਕੀ ਆ, ਟੁੱਥਪੇਸਟ ਲਾਉਨੇ ਆ। ਟੁੱਥਪੇਸਟ ਨੂੰ ਟਿਊਬ ਦੇ ਵਿੱਚੋਂ ਕੱਢਦੇ ਆ, ਜਿਹੜੀ ਟਿਊਬ ਹੁੰਦੀ ਆ ਸਾਡੀ ਕਿੱਦਾਂ ਦੀ ਹੁੰਦੀ ਆ। ਸੋ ਆਹ ਉਹਦਾ ਫਰੰਟ ਓਪਨਿੰਗ ਹੈ ਜੀ। ਤੋਂ ਉਦੋਂ ਬਾਅਦ ਇੱਦਾਂ ਦੀ ਸਾਡੀ ਟਿਊਬ ਆ ਟੁੱਥਪੇਸਟ। ਕੀ ਕਰਦੇ ਆ ਅਸੀਂ ਇੱਥੋਂ ਉਹਨੂੰ ਦੱਬਦੇ ਆ, ਇੱਥੋਂ ਦੱਬਦੇ ਆ ਨਾ। ਸੋ ਪ੍ਰੈਸ਼ਰ ਫੋਰਸ, ਪ੍ਰੈਸ਼ਰ ਇੱਥੇ ਲਾਇਆ, ਫੋਰਸ ਇੱਥੇ ਲਾਈ ਅਸੀਂ, ਏਰੀਆ ਇੱਥੇ ਲਾਇਆ, ਜਿਹੜਾ ਇਸ ਏਰੀਆ ਤੇ ਲੱਗੀ ਫੋਰਸ ਉਂਗਲਾਂ ਦੇ ਨਾਲ ਦੱਬਿਆ, ਤੇ ਇਹ ਪ੍ਰੈਸ਼ਰ ਲਾਇਆ ਤਾਂ ਇੱਥੇ ਸੀ ਪਰ ਇਹ ਚਲਿਆ ਕਿੱਥੇ ਗਿਆ, ਪੇਸਟ ਇੱਥੋਂ ਬਾਹਰ ਨਿਕਲ ਆਉਂਦੀ ਆ। ਕਲੀਅਰ। ਇਹਦਾ ਮਤਲਬ ਇਹ ਹੋਇਆ ਵੀ ਜਿਹੜਾ ਪ੍ਰੈਸ਼ਰ ਅਸੀਂ ਕਿਸੇ ਕੰਟੇਨਡ ਬੋਡੀ ਦੇ ਉੱਤੇ ਲਾਇਆ, ਕੰਟੇਨਡ ਫਲੂਇਡ ਆ ਨਾ, ਇਹ ਜਿਹੜੀ ਪੇਸਟ ਆ ਇਹ ਫਲੋ ਕਰਦੀ ਆ, ਸੋ ਇਸ ਕਰਕੇ ਫਲੂਇਡ ਆ। ਤੋ ਇਸ ਫਲੂਇਡ ਤੇ ਪ੍ਰੈਸ਼ਰ ਲਾਇਆ ਇੱਕ ਜਗ੍ਹਾ ਦੇ ਉੱਤੇ, ਇਹ ਪ੍ਰੈਸ਼ਰ ਇਕੁਅਲੀ ਡਿਸਟਰੀਬਿਊਟ ਹੋ ਗਿਆ ਥਰੂ ਆਊਟ ਦੀ ਬੋਡੀ ਆਫ ਦੀ ਫਲੂਇਡ। ਕਲੀਅਰ। ਲਾਇਆ ਇੱਥੇ ਸੀ, ਪੇਸਟ ਨਿਕਲ ਆਈ ਅੱਗਿਓਂ। ਸੋ ਤੁਸੀਂ ਸਵੇਰੇ ਜਦ ਬਰਸ਼ ਕਰੋਗੇ ਤੁਸੀਂ ਦੇਖਿਓ ਕਰਕੇ, ਕਰਦੇ ਤਾਂ ਅੱਗੇ ਵੀ ਹੋ, ਪਰ ਤੁਸੀਂ ਫਿਰ ਯਾਦ ਕਰਿਓ ਵੀ ਪਾਸਕਲ ਆ ਇਹ। ਹੁਣ ਅਸੀਂ ਇਹਦੀ ਮੈਥੇਮੈਟੀਕਲ ਕਰੀਏ ਅੱਗੇ ਇੰਟਰਪ੍ਰੀਟੇਸ਼ਨ ਕੀ ਆ। ਸੋ ਜਿਹੜੀ ਸਾਨੂੰ ਬਲੇਜ਼ ਪਾਸਕਲ ਨੇ ਦੱਸੀ, ਉਹਨੇ ਕੀ ਕੀਤਾ, ਉਹ ਕਹਿੰਦਾ ਵੀ ਇੱਕ ਲਿਕੁਇਡ ਕੰਟੇਨਰ ਚੂਜ਼ ਕਰ ਲਓ। ਲਿਕੁਇਡ ਕੰਟੇਨਰ ਦੇ ਵਿੱਚ ਅਸੀਂ ਲਿਕੁਇਡ ਪਾ ਲਿਆ। ਲਿਕੁਇਡ ਕੰਟੇਨਰ ਦੇ ਵਿੱਚ ਇੱਕ ਛੋਟਾ ਜਿਹਾ ਇੱਥੇ ਇੱਕ ਪ੍ਰਿਜ਼ਮ ਕੰਸੀਡਰ ਕਰ ਲਿਆ, ਪ੍ਰਿਜ਼ਮ ਟਾਈਪ ਬੋਡੀ ਇੱਕ ਪੁਆਇੰਟ ਤੇ, ਜਿਹੜੀ ਕਿ ਇੰਨੀ ਛੋਟੀ ਆ ਵੀ ਸਾਰੇ ਪਾਸਿਓਂ ਉਹਦਾ ਜਿਹੜਾ ਡਿਸਟੈਂਸ ਆ ਉਹਦੇ ਪੁਆਇੰਟਸ ਦੇ ਉੱਤੇ ਉਹ ਬਰਾਬਰ ਆ। ਠੀਕ ਆ। ਜਿਵੇਂ ਆਪਾਂ ਇਹ ਦੇਖਦੇ ਹਾਂ ਵੀ ਇੱਥੋਂ ਅਸੀਂ ਦੱਬਿਆ ਸੀ ਤਾਂ ਜਿਹੜਾ ਫਰੰਟ ਪੋਰਸ਼ਨ ਆ ਉਹ ਇੱਕੋ ਹੀ ਡਿਸਟੈਂਸ ਆ ਦੋਨੇ ਪੁਆਇੰਟਸ ਤੋਂ, ਤੋਂ ਇੱਥੇ ਪ੍ਰੈਸ਼ਰ ਸਾਡਾ ਪਹੁੰਚ ਗਿਆ ਕਿਉਂਕਿ ਡਿਸਟੈਂਸ ਉਹਦੇ ਸਾਰੇ ਪੁਆਇੰਟਸ ਦਾ ਓਪਨਿੰਗ ਦਾ ਇੱਕੋ ਜਿਹਾ। ਸੋ ਇੱਥੇ ਵੀ ਅਸੀਂ ਮੰਨਦੇ ਹਾਂ ਵੀ ਆਹ ਜਿਹੜਾ ਪੁਆਇੰਟ ਬੋਡੀ ਆ ਇਹਦੇ ਸਾਰੇ ਬੋਡੀ ਦੇ ਪੁਆਇੰਟਸ ਸਾਰੇ ਇੱਕੋ ਹੀ ਡਿਸਟੈਂਸ ਨੇ ਸਾਰੇ ਪਾਸੇ। ਓਕੇ। ਹੁਣ ਇਹਨੂੰ ਛੋਟੇ ਨੂੰ ਮੈਂ ਵੱਡਾ ਕਰਕੇ ਬਣਾ ਲੈਣਾ ਸੋ ਦੈਟ ਆਪਾਂ ਨੂੰ ਸਾਰੀ ਚੀਜ਼ ਕਲੀਅਰ ਹੋ ਜੇ। ਸੋ ਮੈਂ ਇਹਨੂੰ ਵੱਡੇ ਪ੍ਰਿਜ਼ਮ ਦੀ ਤਰ੍ਹਾਂ ਬਣਾ ਲੈਣਾ ਇੱਦਾਂ। ਸੋ ਟਰਾਈ ਕਰਦੇ ਹਾਂ ਇਹਨੂੰ ਅਸੀਂ 3D ਬਣਾ ਲਈਏ ਤਾਂ ਕਿ ਸਾਨੂੰ ਫੇਸਿਸ ਕਲੀਅਰ ਹੋ ਜਾਣ। ਲਓ ਜੀ, ਜਿਹੜੀ ਡਾਟਰ ਲਾਈਨ ਆ ਉਹ ਬੈਕ ਸਾਈਡ ਤੇ ਹੈ। ਠੀਕ ਹੈ। ਸੋ ਇਹਨੂੰ ਵੀ ਡਾਟਰ ਬਣਾ ਲਈਏ। ਹੁਣ ਇਹਦੇ ਫੇਸਿਸ ਆ ਜਿਹੜੇ ਉਹ ਅਸੀਂ ਕੰਸੀਡਰ ਕਰ ਲਈਏ। ਸਪੋਜ਼ ਕਰ ਲਈਏ ਇੱਥੇ ਸਾਡੇ ਕੋਲੇ A ਪੁਆਇੰਟ ਆ, ਦਿਸ ਇਜ਼ B, this is C, and the point here is D. The point behind the first face is E, sorry, and here is the F point. ਇੱਥੇ ਸਾਡੇ ਕੋਲੇ ਐਂਗਲ ਹੈ ਥੀਟਾ। ਕਲੀਅਰ। ਹੁਣ ਇਹਦੇ ਜਿਹੜੇ ਫੇਸ ਨੇ ਅਸੀਂ ਕਿਹੜੇ ਕਿਹੜੇ ਫੇਸ ਕੰਸੀਡਰ ਕਰ ਰਹੇ ਹਾਂ। ਇੱਕ ਤਾਂ ਸਾਡੇ ਕੋਲੇ ਆਹ ਵਾਲਾ ਉੱਪਰਲਾ ਜਿਹੜਾ ਰੈਕਟੈਂਗੂਲਰ ਫੇਸ ਆ ADFC, ਇਹਦੇ ਉੱਤੇ ਸਾਡੇ ਕੋਲੇ ਫੋਰਸ ਲੱਗੇਗੀ ਜਿਹਨੂੰ ਮੈਂ ਕਹਿ ਦਿੰਦਾ FA ਕਹਿ ਦਿੰਦੇ ਇਹਨੂੰ।
ठीक है। ਜਿਹੜਾ ਫੇਸ ਇਧਰਲੇ ਪਾਸੇ ਆ ADEB, ਇਹਦੇ ਉੱਤੇ ਜਿਹੜੀ ਫੋਰਸ ਲੱਗੇਗੀ ਇਹਨੂੰ ਮੈਂ ਕਹਿ ਦਿੰਦਾ ਜੀ FB, ਠੀਕ ਹੈ। ਤੇ ਜਿਹੜਾ ਫੇਸ ਨੀਚੇ ਆ ਰੈਕਟੈਂਗੂਲਰ ਫੇਸ BEFC, ਇਹਦੇ ਉੱਤੇ ਜਿਹੜੀ ਫੋਰਸ ਲੱਗੇਗੀ ਇਹਨੂੰ ਮੈਂ ਕਹਿ ਦਿੰਦਾ FC, ਕਲੀਅਰ। ਤੇ ਜਿਹੜਾ ਏਰੀਆ A ਫੇਸ ਦਾ ਹੈ ਇਹਨੂੰ ਮੈਂ ਕਹਿ ਦਿੰਦਾ ਏਰੀਆ ਆਫ ਦਿਸ ਫੇਸ, ਲੈਟ ਇਟ ਬੀ capital AA, and this one, for this one is capital AB, and for this one capital AC, ठीक है जी। ਹੁਣ ਜੇਕਰ ਅਸੀਂ ਇਹਨੂੰ ਇਕੁਇਲਿਬਰੀਅਮ ਦੇ ਵਿੱਚ ਮੰਨਦੇ ਆ ਵੀ ਇਹ ਜਿਹੜਾ ਸਾਡਾ ਪ੍ਰਿਜ਼ਮ ਆ, ਜਿਹੜਾ ਇੱਕ ਐਕਚੁਅਲੀ ਪੁਆਇੰਟ ਬੋਡੀ ਆ, ਅਸੀਂ ਇਹਨੂੰ ਇਨਲਾਰਜ ਕਰਕੇ ਬਣਾ ਲਿਆ ਸੋ ਦੈਟ ਸਾਨੂੰ ਕਲੀਅਰਟੀ ਹੋ ਜੇ। ਇੱਥੇ ਐਂਗਲ ਸਾਡੇ ਕੋਲ ਥੀਟਾ ਹੈ, ਤਾਂ ਅਸੀਂ ਜਿਹੜਾ FA ਫੋਰਸ ਇੱਧਰਲਾ ਫੇਸ ਲੱਗਿਆ ਹੋਇਆ, ਜੇਕਰ ਇਹਨੂੰ ਅਸੀਂ ਵੈਕਟਰਸ ਦੀ ਤਰ੍ਹਾਂ ਦੇਖ ਲਈਏ ਤਾਂ FA ਸਾਈਨ ਥੀਟਾ ਕਿਹਦੇ ਬਰਾਬਰ ਹੋਏਗਾ? FA ਇੱਧਰਲੀ ਸਾਈਡ ਦਾ ਸਾਈਨ ਥੀਟਾ ਕਿਹਦੇ ਬਰਾਬਰ ਹੋਏਗਾ? FB ਦੇ, ਕਲੀਅਰ। ਕਿਉਂਕਿ ਜੇਕਰ ਸਾਡੇ ਕੋਲੇ ਆਹ ਰਾਈਟ ਐਂਗਲ ਟ੍ਰਾਇੰਗਲ ਹੁੰਦੀ ਆ ਤਾਂ ਆਹ ਵਾਲੀ ਸਾਈਡ ਇੱਥੇ ਥੀਟਾ ਹੋਵੇ ਐਂਡ ਦਿਸ ਸਾਈਡ ਇਜ਼ ਆਵਰ A ਸਾਈਡ, ਦਿਸ ਇਜ਼ B, ਦਿਸ ਵਾਜ਼ A C, ਦੈਨ A ਸਾਈਨ ਥੀਟਾ ਕਿਹਦੇ ਬਰਾਬਰ ਹੋਏਗਾ? B ਦੇ, ਤੇ A cos ਥੀਟਾ C ਦੇ। ਤਾਂ ਇਸੇ ਤਰ੍ਹਾਂ ਸਾਡੇ ਕੋਲੇ FA cos ਥੀਟਾ ਇਹ ਕਿਹਦੇ ਬਰਾਬਰ ਆ ਜਾਏਗਾ ਜੀ? FC ਦੇ, ਠੀਕ ਹੈ। ਇਹ ਗੱਲ ਸਮਝ ਲੱਗ ਗਈ। ਹੁਣ ਅਸੀਂ ਜਿਓਮੈਟਰੀਕਲੀ ਦੇਖੀਏ, ਜਿਓਮੈਟਰੀਕਲੀ ਏਰੀਆ ਵਾਈਜ਼ ਦੇਖੀਏ ਤਾਂ ਏਰੀਆ ਜਿਹੜਾ ਹੈ ਸਾਡੇ ਕੋਲੇ, ਜਿਹੜਾ ਏਰੀਆ AA ਆ, ਸੋ AA ਸਾਈਨ ਥੀਟਾ ਇਟ ਵਿਲ ਬੀ ਇਕੁਅਲ ਟੂ AB ਐਂਡ AA cos ਥੀਟਾ ਇਟ ਵਿਲ ਬੀ ਇਕੁਅਲ ਟੂ AC, ਨੀਚੇ ਵਾਲੇ, ਠੀਕ ਹੈ। ਹੁਣ AA cos ਥੀਟਾ ਤੇ FA cos ਥੀਟਾ ਨੂੰ ਡਿਵਾਈਡ ਕਰ ਦਈਏ, ਠੀਕ ਹੈ। ਸੋ ਆਹ ਦੋਨਾਂ ਨੂੰ ਡਿਵਾਈਡ ਕਰ ਦਈਏ, ਕੀ ਬਣ ਗਿਆ ਜੀ ਸਾਡੇ ਕੋਲੇ? FA cos ਥੀਟਾ ਡਿਵਾਈਡਡ ਬਾਏ AA cos ਥੀਟਾ ਇਕੁਅਲ ਟੂ FC ਅਪੋਨ AC। ਇਹਦਾ ਮਤਲਬ ਆਹ ਕੈਂਸਲ ਹੋ ਗਿਆ ਜੀ। ਕੀ ਬਣ ਗਿਆ? FA ਅਪੋਨ AA ਇਜ਼ ਇਕੁਅਲ ਟੂ FC ਅਪੋਨ AC। ਤੇ ਇਹਨਾਂ ਨੂੰ ਡਿਵਾਈਡ ਕਰਕੇ ਕੀ ਬਣਿਆ? FA ਓਵਰ AA ਇਕੁਅਲ ਟੂ FB ਅਪੋਨ AB। ਸੋ ਇਹੀ ਚੀਜ਼ ਸਾਡੇ ਕੋਲੇ FB ਅਪੋਨ AB ਦੇ ਬਰਾਬਰ ਆ ਗਈ। FA ਓਵਰ AA ਕੀ ਆ? ਪ੍ਰੈਸ਼ਰ ਔਨ ਫੇਸ A, ਪ੍ਰੈਸ਼ਰ ਔਨ ਫੇਸ C, ਪ੍ਰੈਸ਼ਰ ਔਨ ਫੇਸ B। ਇਹਦਾ ਮਤਲਬ ਇਹ ਹੋਇਆ ਫਾਰ ਆਲ ਦੀ ਪੁਆਇੰਟਸ ਵਿਚ ਆਰ ਇਕੁਈ ਡਿਸਟੈਂਸ ਫਰੋਮ ਦੀ ਲਿਕੁਇਡਸ, ਜਾਂ ਲਿਕੁਇਡ ਤੋਂ ਜਿਨ੍ਹਾਂ ਦਾ ਡਿਸਟੈਂਸ ਸੇਮ ਆ ਉਹਨਾਂ ਵਾਸਤੇ ਸਾਡੇ ਕੋਲੇ ਪ੍ਰੈਸ਼ਰ ਔਨ ਦੀ ਫੇਸ A ਵਿਲ ਬੀ ਇਕੁਅਲ ਟੂ ਪ੍ਰੈਸ਼ਰ ਔਨ ਦੀ ਫੇਸ B ਵਿਲ ਬੀ ਇਕੁਅਲ ਟੂ ਪ੍ਰੈਸ਼ਰ ਔਨ ਦੀ C। ਸੋ ਇਹ ਅਸੀਂ ਮੈਥਮੈਟਿਕਲੀ ਪ੍ਰੂਵ ਕਰਤਾ ਪਾਸਕਲਸ ਲਾ ਵੀ ਸਾਰੀ ਜਗ੍ਹਾ ਦੇ ਉੱਤੇ ਪ੍ਰੈਸ਼ਰ ਇੱਕੋ ਜਿਹਾ ਡਿਸਟਰੀਬਿਊਟ ਹੋਏਗਾ। ਹੁਣ ਇੱਥੇ ਇੱਕ ਗੱਲ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਜਿਹੜਾ ਇਹ ਲਿਕੁਇਡ ਆ ਅਸੀਂ ਇਸ ਬੀਕਰ ਦੇ ਵਿੱਚ ਮੰਨਿਆ ਸੀ ਇਹ ਫਲੋ ਨਹੀਂ ਕਰਦਾ, ਕਿਉਂਕਿ ਜੇ ਫਲੋ ਕਰਦਾ ਹੁੰਦਾ ਤਾਂ ਇਹਦੇ ਉੱਤੇ ਕੋਈ ਹੋਰ ਫੋਰਸ ਵੀ ਲੱਗਦੀ ਹੁੰਦੀ, ਠੀਕ ਆ। ਸੋ ਲਿਕੁਇਡ ਦੇ ਉੱਤੇ ਜਿਹੜੀ ਫੋਰਸ ਲੱਗਦੀ ਆ ਜਦੋਂ ਕੋਈ ਲਿਕੁਇਡ ਸਟੇਸ਼ਨਰੀ ਆ, ਰੈਸਟ ਤੇ ਆ, ਦੈਨ ਇਟ ਇਜ਼ ਆਲਵੇਜ਼ ਪਰਪੈਂਡੀਕੂਲਰ ਟੂ ਦੀ ਸਰਫੇਸ। ਇਸੇ ਕਰਕੇ ਮੈਂ ਇੱਥੇ ਫੋਰਸ ਪਰਪੈਂਡੀਕੂਲਰ ਬਣਾਈ ਸੀ ਇਸ ਫੇਸ ਦੇ, ਇੱਧਰਲੇ ਫੇਸ ਦੇ ਪਰਪੈਂਡੀਕੂਲਰ ਫੋਰਸ ਇੱਧਰ ਬਣਾਈ ਸੀ, ਨੀਚੇ ਵਾਲੇ ਦੇ ਪਰਪੈਂਡੀਕੂਲਰ ਇੱਧਰ ਬਣਾਈ ਸੀ। ਸੋ ਕੀ ਅਸੀਂ ਮੰਨ ਕੇ ਚੱਲਣਾ ਦ ਲਿਕੁਇਡ ਇਜ਼ ਐਟ ਰੈਸਟ। ਸੋ ਜੇਕਰ ਰੈਸਟ ਤੇ ਆ, ਟੁੱਥਪੇਸਟ ਵੀ ਰੈਸਟ ਤੇ ਹੁੰਦੀ ਆ, ਇਸੇ ਕਰਕੇ ਫਲੂਇਡ ਬਾਹਰ ਆ ਜਾਂਦਾ, ਪ੍ਰੈਸ਼ਰ ਇਕੁਅਲ ਲੱਗ ਜਾਂਦਾ, ਡਿਸਟਰੀਬਿਊਟ ਹੋ ਜਾਂਦਾ। ਸੋ ਜੇਕਰ ਲਿਕੁਇਡ ਰੈਸਟ ਤੇ ਆ ਦੈਨ ਦੀ ਪ੍ਰੈਸ਼ਰ
will be distributed on all parts of the body equally। ਸਾਰੇ ਫੇਸਿਸ ਦੇ ਉੱਤੇ ਇਕੁਅਲ ਡਿਸਟ੍ਰੀਬਿਊਟ ਹੋ ਜਾਏਗਾ। ਠੀਕ ਹੈ ਜੀ। ਸੋ ਇਹ ਪਾਸਕਲਸ ਲਾ ਆਪਾਂ ਇੱਕ ਐਪਲੀਕੇਸ਼ਨ ਵੀ ਕਰ ਲਈ, ਤੇ ਇਸ ਤੋਂ ਅੱਗੇ ਫਿਰ ਆਪਾਂ ਨੈਕਸਟ ਲੈਕਚਰ 'ਚ ਕਰਾਂਗੇ।